ਇਹ ਚ ਕੀ ਜੀ ਲੱਗੇ? ਇਹ ਪੋਟਾਸ਼ ਹੈ ਜੀ। ਅੱਛਾ ਪੋਟਾਸ਼ ਖੋਰਨ ਡੇ ਕਿੰਨੀ ਕੁ ਪਾਈ? 2 ਕਿਲੋ। 2 ਕਿਲੋ। ਥਾਂ ਕਿੰਨਾ ਤੁਹਾਡਾ? ਕਨਾਲ ਥਾਂ ਹੈ। ਹਾਂਜੀ। ਅੱਛਾ ਜੀ। ਤੇ ਆ ਦੂਸਰੇ ਦੇ ਵਿੱਚ ਜੀ 10 ਕਿਲੋ ਹੈ ਜੀ ਡੀਏਪੀ। 10 ਕਿਲੋ ਡੀਏਪੀ, 15 ਕਿਲੋ ਯੂਰੀਆ। 15 ਕਿਲੋ ਯੂਰੀਆ ਕਨਾਲ ਇੱਕ ਥਾਂ ਆ ਤੇ 2 ਕਿਲੋ ਪੋਟਾਸ਼ ਆ। ਹਕੀਮ ਜੀ ਨਬਜ਼ ਫੜੋ ਜਿੰਦ ਚੱਲੀ। ਤੁਸੀਂ ਦੱਸਿਆ ਦਾਲ ਫੁਲਕਾ, ਅਸੀਂ ਚੱਬ ਲਈ ਛੱਲੀ। ਗੱਲ ਇਹ ਆ ਜੀ ਕਿ ਆਹ ਦੇਖੋ ਇਹ ਇਹਨਾਂ ਦਾ ਲਸਣ, ਇਹਦੇ ਪਰਲੇ ਪਾਸੇ ਜਿਹਦਾ ਬਹੁਤ ਰੌਲਾ ਉਹ ਮੈਂ ਕੋਲ ਜਾ ਕੇ ਵੀ ਦਿਖਾ ਲਦਾ, ਨਾਰਕ ਜੀਵਨ ਵੀ ਆ। ਇੱਕ ਕਨਾਲ ਨੂੰ ਇਹ ਯੂਰੀਆ ਪੋਟਾਸ਼ ਤੇ ਡੀਏਪੀ ਰਲਾ ਕੇ ਪਾਣ ਡੇ। ਵੈਸੇ ਮਹਿਰ ਸਾਹਿਬ ਸਿਆਣੇ ਬੜੇ ਆ, ਲੋਕਾਂ ਨੂੰ ਕਣਕਾਂ ਨੂੰ ਪਾਣ ਨਹੀਂ ਲੱਭਦੀ ਤੇ ਇਹਨਾਂ ਨੇ ਨਾ ਆਪਣੇ ਲਸਣ ਲਈ ਸਾਂਭ ਕੇ ਰੱਖ ਲਈ। ਗੱਲ ਇੱਦਾਂ ਹੀ ਹੋਣੀ ਚਾਹੀਦੀ ਜੀ। ਇਸ ਮੁਲਕ 'ਚ ਕਿਸੇ ਵੇਲੇ ਵੀ ਕੁਝ ਹੋ ਸਕਦਾ ਤੇ ਘਬਰਾਉਣ ਦੀ ਲੋੜ ਨਹੀਂ ਹੈਗੀ। ਬਸ ਆਪਣਾ ਆਪਣਾ ਬੰਦੋਬਸਤ ਰੱਖੋ। ਗੱਲ ਤਾਂ ਇਹ ਦੱਸਣੀ ਸੀ ਕਿ ਇਹ ਜਿਹੜਾ ਲਸਣ ਆ ਨਾ ਜੀ, ਇਹਨੂੰ ਹੁਣ ਫਲੱਡ ਕਰਨ ਲੱਗੇ, ਤਿਆਰੀ ਕਰ ਰਹੇ। ਨਹਿਰ ਦੀ ਬਾਰੀ ਆ, ਫਿਰ ਇਹਨੂੰ ਲਾਉਣਾ ਪਾਣੀ। ਇਸ ਲਸਣ ਨੂੰ ਜਦੋਂ ਵੀ ਦੂਰ ਤਾਂ ਜਾਣਾ ਹੀ ਨਹੀਂ ਪੈਂਦਾ ਜੀ। ਆਹ ਦੇਖੋ ਇਹਨਾਂ ਦੇ ਕੋਲ ਕਿੰਨਾ ਢੇਰ ਆ ਡੰਗਰਾਂ ਦਾ ਖਾਲਸ। ਤੇ ਉਹ ਪਰਲੇ ਪਾਸੇ ਟੋਆ ਜਿਹੜਾ ਦੁਸਾਲਾ ਆ, ਉਹਦੇ ਚੋਂ ਪੱਟ ਕੇ ਇਹਨੂੰ ਪਾਇਆ ਢੇਰ। ਢੇਰ ਤੋਂ ਬਾਅਦ ਇਹਦੇ ਥੱਲੇ ਡੀਏਪੀ ਵੀ ਪਾ ਲਈ, ਅੱਗੇ NP ਨਾਈਟ੍ਰੋਫਾਸ ਵੀ ਪਾਈ ਸੀ, ਪੋਟਾਸ਼ ਵੀ। ਹੁਣ ਇਹ ਦੁਬਾਰਾ ਐਪਲੀਕੇਸ਼ਨ ਕਰਨ ਲੱਗੇ ਆ। ਗੋਡੀ ਦੇਖੋ ਕਿੰਨੀ ਕੀਤੀ ਆ। ਉਹਦੇ ਤੋਂ ਬਾਅਦ ਮੀਆਂ ਅਰਸ਼ਦ ਇਕਬਾਲ ਸਾਹਿਬ ਨੇ ਇਹ ਗੱਲ ਦੱਸੀ ਵੀ ਇਹਨੂੰ ਈਜ਼ਾ ਬਿਆਨ ਤੇ NPK ਇਹਦੀ ਵੀ ਸਪਰੇਅ ਕਰਨੀ 8 ਦਿਨੀ। ਅੱਜ ਮੀਂਹ ਪੈਣ ਡਿਆ, ਕਿਣੀਆਂ 'ਚ ਭਿੱਜਣ ਡਏ ਆ। ਇੱਕ ਕਾਸ਼ਤਕਾਰ ਐਸਾ ਆ, ਇੱਕ ਪਾਕ ਫੌਜ ਦਾ ਜਵਾਨ ਐਸਾ ਹੈ, ਇੱਕ ਪਾਕ ਪੁਲਿਸ ਦਾ ਜਵਾਨ ਐਸਾ ਹੈ ਜਿਹਨੂੰ ਕੋਈ ਛੁੱਟੀ ਨਹੀਂ। ਬਾਕੀ ਤਾਂ ਸਾਰੇ ਛੁੱਟੀ ਛੱਟੀ ਮਾਰ ਮੂਰ ਲੈਂਦੇ ਆ। ਅੱਲਾਹ ਤਾਲਾ ਜਿਹੜੇ ਸਾਡੇ ਸਰਹੱਦਾਂ ਦੀ ਹਿਫਾਜ਼ਤ ਕਰ ਰਹੇ, ਅੱਲਾ ਉਹਨਾਂ ਦੀ ਹਿਫਾਜ਼ਤ ਕਰੇ। ਤੇ ਗੱਲ ਮੈਂ ਕਰ ਰਿਹਾ ਸੀ ਇਹ ਦੇਖੋ ਜੀ, ਇਹ ਆ ਗਿਆ ਨਾਰਕ ਜੀਵਨ। ਗੋਡਿਆ ਵੀ ਤਸੱਲੀ ਦੇ ਨਾਲ, ਇਹਨੂੰ ਖਾਦ ਖੁਰਾਕ ਵੀ ਤਸੱਲੀ ਨਾਲ ਦੇਣ ਡਏ। ਹੁਣ ਫਿਰ ਪਾਣ ਲਏ। ਹੁਣ ਇਹਦਾ ਕੀ ਬਣਦਾ ਹੈ ਅੱਲਾ ਨੂੰ ਪਤਾ। ਇਹ ਮਲਚਿੰਗ ਤੇ ਵੀ ਲਾ ਕੇ ਦੇਖਿਆ, ਬਗੈਰ ਮਲਚਿੰਗ ਤੋਂ ਵੀ ਲਾ ਕੇ ਦੇਖਿਆ। ਜਿੱਦਾਂ ਕਿਆਰੀਆਂ 'ਚ ਆਮ ਲਸਣ ਲਾਈ ਦੇ ਉੱਦਾਂ ਵੀ ਲਾ ਕੇ ਦੇਖਿਆ, ਵੱਟਾਂ 'ਤੇ ਵੀ। ਤੇ ਐਤਕੀ ਵੀ ਇਹਦੇ 'ਤੇ ਰੀਝਾਂ ਕਰ ਲੈਣੀਆਂ ਪੂਰੀਆਂ। ਮੈਂ ਤਾਂ ਇਸ ਨਤੀਜੇ 'ਤੇ ਅਸੀਂ ਇਸ ਨਤੀਜੇ 'ਤੇ ਪਹੁੰਚ ਗਏ। ਮੈਂ ਨਹੀਂ, ਅਸੀਂ ਇਸ ਨਤੀਜੇ 'ਤੇ ਪਹੁੰਚ ਗਏ। ਮੇਰੇ ਨਾਲ ਬਹੁਤ ਹੋਰ ਵੀ ਕਾਸ਼ਤਕਾਰ ਹੈਗੇ ਆ ਇਹਦੇ ਲਸਣ ਦੇ। ਉਹ ਇਹ ਆ ਕਿ ਜੀ ਡਾਕਟਰ ਹਮਾਯੂੰ ਖਾਨ ਸਾਹਿਬ, ਅੱਲਾਹ ਤਾਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ, ਉਹ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਨੇ ਇਹ ਵੈਰਾਈਟੀ ਬਣਾਈ ਸੀ ਜਾਂ ਤਾਰਫ ਕਰਾਇਆ ਜਿਨ੍ਹਾਂ ਨੇ ਇਸ ਵੈਰਾਈਟੀ ਦਾ। ਤੋ ਫਿਰ ਨਾ ਆ ਗਈ ਨੀਮ ਹਕੀਮ ਖਤਰਾ ਜਾਨ, ਨੀਮ ਮੁੱਲਾ ਖਤਰਾ ਅਮਾਨ। ਉਹ ਫਿਰ ਇਹਨੂੰ ਅਪਡੇਟ ਨਹੀਂ ਕਰ ਸਕੇ ਜਾਂ ਕੀ ਵੀ ਹੈ। ਮੈਂ ਵਸਤੀ ਪੰਜਾਬ ਦੀ ਗੱਲ ਕਰਦਾ। ਇੱਥੇ ਵੈਰਾਇਟੀ ਬਿਲਕੁਲ ਨਾਕਾਮ ਆ। ਜਿਹੜੇ ਲੋਕ ਹੱਕ ਹਲਾਲ ਦੀ ਕਮਾਈ ਰੱਖਦੇ ਆ ਉਹ ਇਹਦੇ 'ਤੇ ਆਪਣਾ ਤਜਰਬਾ ਨਾ ਕਰਨ। ਅਸੀਂ ਤਾਂ ਕਰੀ ਜਾਂਦੇ ਹਾਂ ਹਰ ਸਾਲ, ਇਸੇ ਵਾਸਤੇ ਕਰਦੇ ਹਾਂ। ਤੇ ਬਹੁਤ ਬਹੁਤ ਸ਼ੁਕਰੀਆ ਜੀ। ਹੱਸਦੇ ਰਹੋ ਤੇ ਵਸਦੇ ਰਹੋ, ਸ਼ਾਦ ਰਹੋ ਤੇ ਆਬਾਦ ਰਹੋ। ਅੱਲਾਹ ਤਾਲਾ ਸਭ ਨੂੰ ਆਸਾਨੀਆਂ ਅਤਾ ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ ਅਤਾ ਫਰਮਾਏ। ਦੋਸਤਾਂ ਦੇ ਨਾਲ ਗਾਹੇ ਬਗਾਹੇ ਇਹਦੀ ਸੂਰਤ ਹਾਲ ਜਿਹੜੀ ਦੱਸਦੇ ਰਹਾਂਗੇ। ਗੰਢੇ ਬਹੁਤ ਮੋਟੇ ਹੋ ਜਾਂਦੇ ਜੀ ਇਹਦੇ, ਉਹ ਤੁਰੀਆਂ ਬਹੁਤ ਘੱਟ ਬਣਦੀਆਂ। ਵਾਧਾ ਤਾਂ ਉਦੋਂ ਹੁੰਦਾ ਨਾ ਜਦੋਂ ਤੁਰੀਆਂ ਬਣਨ। ਢੋਲਾਂ ਨੇ ਕੀ ਕਰਨਾ, ਉਹ ਤਾਂ ਇੱਕ ਦੇ ਥਾਂ ਇੱਕ। ਹਾਂਜੀ, ਕਹਿੰਦੇ ਹੁੰਦੇ ਵੱਟੇ ਸੱਟੇ ਦੀ ਕੜਮਾਈ, ਗੰਜੀ ਗਈ ਤੇ ਕਹਾਣੀ ਆਈ। ਅੱਲਾਹ ਤਾਲਾ ਆਸਾਨੀਆਂ ਅਤਾ ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ ਅਤਾ ਫਰਮਾਏ। ਅੱਲਾਹ ਤਾਲਾ ਇਸ ਮੁਲਕ ਨੂੰ ਕਾਇਮ ਦਾਇਮ ਰੱਖੇ, ਇਹਦੇ ਕਾਸ਼ਤਕਾਰਾਂ ਨੂੰ ਦਾਇਮ ਕਾਇਮ ਰੱਖੇ। ਇਹਨੂੰ ਲੁੱਟਣ ਵਾਲੇ ਜਿਹੜੇ ਆ, ਨਾ ਪਹਿਲਾਂ ਰਹੇ ਨਾ ਹੁਣ ਰਹਿਣਾ। ਜਾਂ ਪਹਿਲਾਂ ਜ਼ੁਲਮ ਜਿਹੜਾ ਨਾ, ਉਹ ਇੱਕ ਨਾਅਰਾ ਲਾਉਂਦੇ ਹੁੰਦੇ ਸੀ, ਖੂਨ ਫਿਰ ਖੂਨ ਹੈ ਜਮ ਜਾਤਾ ਹੈ, ਜ਼ੁਲਮ ਫਿਰ ਜ਼ੁਲਮ ਹੈ ਜੋ ਬਹਿ ਜਾਤਾ ਹੈ। ਤੋ ਗੱਲ ਇਹ ਹੈ ਜੀ ਕਿ ਜ਼ਾਲਮਾਂ ਨੇ ਚਲੇ ਜਾਣਾ ਜਿਹੜੇ ਲੁੱਟਣ ਡਏ ਕਾਸ਼ਤਕਾਰਾਂ ਨੂੰ। ਇਹ ਜ਼ਮੀਨ ਵੀ ਇਨਸ਼ਾਅੱਲਾ ਇੱਥੇ ਤੇ ਕਾਸ਼ਤਕਾਰ ਵੀ ਇੱਥੇ। ਇਹ ਕਾਸ਼ਤਕਾਰ ਨੇ ਕਿਹੜਾ ਵਿਚਾਰੇ ਨੇ ਦੁਬਈ ਚਲੇ ਜਾਣਾ ਜਾਂ ਲੰਦਨ ਚਲੇ ਜਾਣਾ। ਇਹਨੇ ਤਾਂ ਇੱਥੇ ਹੀ ਰਹਿਣਾ। ਮਾੜੇ ਬੰਦੇ ਨੇ ਇੱਥੇ ਘਾਹ ਖੋਦਦਿਆਂ ਰਹਿਣਾ। ਤੇ ਕਾਸ਼ਤਕਾਰਾਂ ਅੱਗੇ ਅਪੀਲ ਆ ਮੇਰੀ, ਭਈ ਅੱਖਾਂ ਖੋਲ੍ਹ ਲਓ। ਹਾਂ, ਜਿਨ੍ਹਾਂ ਦੀ ਮੰਮੀ ਡੈਡੀ ਦੀ ਤਾਂ ਉਤਲੀ ਕਮਾਈ ਆ ਉਹ ਦੱਬ ਕੇ ਲਾਓ।